ਇਹ ਮਾਮਲਾ ਤਾਂ ਇਹ ਹੈ ਜੀ ਵੀ ਸਾਡਾ ਮਰੀਜ਼ 3 ਤਰੀਕ ਨੂੰ ਡਾਕਟਰ ਗਿੱਲ ਸਾਹਿਬ ਦੇ ਆਇਆ ਸੀ ਤੇ ਇਹਨਾਂ ਨੇ ਸਾਨੂੰ ਦਾਖਲ ਕਰ ਲਿਆ ਵੀ ਬਲਕਰਨ ਸਿੰਘ ਵੀ ਜਿਹੜਾ ਕਰੋਨਾ ਦਾ ਮਤਲਬ ਸ਼ਿਕਾਰ ਹੈ। ਇੱਥੇ ਸਰਸੇ ਦੇ ਵਿੱਚ ਇੱਕ ਕਰੋਨਾ ਸੈਂਟਰ ਬਣਿਆ ਟਾਇਰਾਂ ਦੀ ਮਾਰਕੀਟ ਦੇ ਕੋਲ। 3 ਡਾਕਟਰਾਂ ਦਾ, ਡਾਕਟਰ ਪੂਨੀਆ, ਡਾਕਟਰ ਗਿੱਲ ਸਾਹਿਬ ਤੇ ਡਾਕਟਰ ਇੱਕ ਭੀਮ ਸ਼ਰਮਾ, ਸ਼ਾਇਦ ਉਹਨਾਂ ਦਾ ਹਿੱਸਾ ਨਾ ਹੈ, ਹਸਪਤਾਲ ਇਹ ਤਿੰਨਾਂ ਦਾ ਸਾਂਝਾ ਹਸਪਤਾਲ ਆ ਉਹ ਕਰੋਨਾ ਸੈਂਟਰ। ਉਸ ਤੋਂ ਬਾਅਦ ਮਰੀਜ਼ ਸਾਡਾ 15 ਤਰੀਕ ਤੱਕ ਸ਼ਾਮ ਤੱਕ ਇਹ ਤਿੰਨੇ ਹਸਪਤਾਲਾਂ 'ਚ ਵੱਖ-ਵੱਖ ਕਿਸੇ 6 ਦਿਨ, ਕਿਤੇ 4 ਦਿਨ, ਕਿਤੇ 2 ਦਿਨ ਰਿਹਾ। 15 ਤਰੀਕ ਨੂੰ ਉਸ ਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ 16 ਤਰੀਕ ਨੂੰ ਸੰਸਕਾਰ ਹੋ ਗਿਆ। ਸੰਸਕਾਰ ਦਾ ਹੋਣ ਤੋਂ ਬਾਅਦ 16 ਤਰੀਕ 'ਚ ਸਰਟੀਫਿਕੇਟ ਬਣ ਗਿਆ, ਮੌਤ ਸਰਟੀਫਿਕੇਟ। ਮੌਤ ਸਰਟੀਫਿਕੇਟ ਤੋਂ ਬਾਅਦ ਜਦੋਂ ਅਸੀਂ ਸਰਟੀਫਿਕੇਟ ਲੈਣ ਗਏ, ਪਤਾ ਕਰਿਆ ਉਹ ਵੀ ਉਹਨਾਂ ਨੇ ਨਾਰਮਲ ਸਰਟੀਫਿਕੇਟ ਬਣਾਤਾ। ਅਸੀਂ ਉਹਨਾਂ ਨੂੰ ਕਿਹਾ ਵੀ ਯਾਰ ਕਰੋਨਾ ਸੀਗਾ, ਕਰੋਨਾ ਨਾਲ ਮੌਤ ਹੋਈ ਹੈ, ਤੁਸੀਂ ਕਰੋਨਾ ਕਿਉਂ ਨਹੀਂ ਲਿਖਿਆ? ਉਹਨਾਂ ਨੇ ਸਾਨੂੰ ਕਿਹਾ ਵੀ ਕਰੋਨਾ ਰਿਪੋਰਟ ਲਿਆਓ। ਜਦੋਂ ਅਸੀਂ ਡਾਕਟਰ ਗਿੱਲ ਸਾਹਿਬ ਨਾਲ, ਡਾਕਟਰ ਭੀਮ ਸ਼ਰਮਾ ਨਾਲ ਗੱਲ ਕੀਤੀ ਵੀ ਸਾਡੀ ਜੀ ਕਰੋਨਾ ਰਿਪੋਰਟ ਦਿਓ, ਉਹਨਾਂ ਨੇ ਸਾਨੂੰ ਕਰੋਨਾ ਰਿਪੋਰਟ ਜਿਹੜੀ ਦਿੱਤੀ ਉਹ 20 ਤਰੀਕ ਦੀ ਦੇਤੀ ਤੇ ਤਾਂ ਕਿ ਮਰੀਜ਼ ਸਾਡੇ ਦੀ ਮੌਤ ਹੈ ਜਿਹੜੀ ਉਹ 15 ਤਰੀਕ ਰਾਤ ਨੂੰ ਤੇ 16 ਤਰੀਕ ਨੂੰ ਹੋ ਚੁੱਕੀ। ਸਰਟੀਫਿਕੇਟ ਵੀ 16 ਤਰੀਕ 'ਚ ਇਸ਼ੂ ਹੋਇਆ ਪਿਆ। ਤਾਂ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ 2-4 ਵਾਰੀ, ਇਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਭਾਈ ਕੋਈ ਨਹੀਂ ਕਰੋਨਾ ਰਿਪੋਰਟ ਸਰਕਾਰੀ ਦਰਜ ਕਰਾ ਦਿਆਂਗੇ, ਜਿਹੜਾ ਤੁਹਾਡਾ ਸਰਟੀਫਿਕੇਟ ਬਣਿਆ ਉਹਨੂੰ ਅਸੀਂ ਦੁਬਾਰਾ ਠੀਕ ਕਰਾ ਕੇ ਦੇਵਾਂਗੇ ਵੀ ਕਰੋਨਾ ਨਾਲ ਮੌਤ ਹੋਈ ਹੈ, ਤਾਂ ਕਿ ਆਉਣ ਵਾਲੀ ਸਰਕਾਰ ਦੀ ਸਹੂਲਤ ਹੈ ਜਿਹੜੀ ਤਾਂ ਇਹਨਾਂ ਪਰਿਵਾਰ ਨੂੰ ਮਿਲ ਸਕੇ। ਗਰੀਬ ਪਰਿਵਾਰ ਹੈ, ਕੁੜੀ ਵਿਆਹੁਣ ਵਾਲੀ ਹੈ। ਉਸ ਤੋਂ ਬਾਅਦ ਜਦੋਂ ਹੁਣ ਅਸੀਂ ਗੱਲਬਾਤ ਕਰਦੇ ਗਏ, ਸਾਨੂੰ ਪਰਸੋਂ ਆਏ ਤੇ ਅਸੀਂ ਅੱਜ ਦਾ ਟਾਈਮ ਦਿੱਤਾ 2 ਵਜੇ ਦਾ। 2 ਵਜੇ ਤੋਂ ਬਾਅਦ ਸਾਨੂੰ ਕਹਿੰਦੇ ਵੀ ਹਜੇ ਸਾਨੂੰ 7 ਦਿਨਾਂ ਦਾ ਹੋਰ ਟਾਈਮ ਦੇ ਦਿਓ। ਕੁਛ ਰਿਸ਼ਤੇਦਾਰ ਕਹਿਣ ਲੱਗੇ ਵੀ ਹੁਣ 7 ਦਿਨ ਟਾਈਮ ਹੀ ਮੰਗੀ ਜਾਓਗੇ, ਪਹਿਲਾਂ ਤਾਂ ਸਾਨੂੰ ਡਾਕਟਰ ਸਾਹਿਬ ਇਹ ਜਵਾਬ ਦੇ ਦਿਓ ਵੀ ਜਦੋਂ ਬੰਦੇ ਦੀ ਮੌਤ ਹੋ ਗਈ 16 ਤਰੀਕ ਨੂੰ, ਮੌਤ ਸਰਟੀਫਿਕੇਟ ਬਣ ਚੁੱਕਿਆ, ਤਾਂ ਹੁਣ ਮੰਨ ਲਓ ਕਰੋਨਾ ਰਿਪੋਰਟ ਤੁਸੀਂ ਲੈ ਕੇ ਕਿੱਥੋਂ ਆਓਗੇ, ਟੈਸਟ ਕਿਹਦਾ ਲਾਓਗੇ? ਸਾਡੀ ਇਹ ਸਮੱਸਿਆ ਹੈ। ਅਸੀਂ ਤਾਂ ਉਹ 2 ਹੀ ਚੀਜ਼ਾਂ ਮੰਗਦੇ ਵੀ ਕਿ ਤਾਂ ਸਰਕਾਰੀ ਦਰਜ ਹੋਵੇ, ਠੀਕ ਹੈ ਜੀ, ਤੇ ਦੂਜਾ ਜਿਹੜਾ ਮੌਤ ਸਰਟੀਫਿਕੇਟ ਹੈ ਉਹ ਕਰੋਨਾ ਤੇ ਬਣਨਾ ਚਾਹੀਦਾ, ਰਿਕਾਰਡ 'ਚ ਦਰਜ ਹੋਣਾ ਚਾਹੀਦਾ। ਮਰੀਜ਼ ਦਾ ਨਾਮ ਸੀ ਬਲਕਰਨ ਸਿੰਘ, ਪਿੰਡ ਲੱਕੜ ਵਾਲੀ ਦਾ ਜੀ। 3 ਤਰੀਕ ਨੂੰ ਕਰਾਇਆ ਸੀ, 15 ਤਰੀਕ ਨੂੰ ਰਾਤ ਨੂੰ ਜੀ, 16 ਦਾ ਸੰਸਕਾਰ। ਅਸੀਂ ਕਾਰਵਾਈ ਇਹ ਕਹਿੰਦੇ ਵੀ ਜਿਹੜੇ ਡਾਕਟਰ ਬੈਠੇ ਆ ਇਹ ਲਾਇਸੈਂਸ ਪੈਸਿਆਂ ਦੇ ਜ਼ੋਰ ਤੇ ਲੈ ਕੇ ਬਹਿ ਜਾਂਦੇ ਨੇ, ਲੋਕਾਂ ਦੀ ਲੁੱਟ ਨਾ ਮਚਾਉਣ, ਕਰੋਨਾ ਦੇ ਕਹਿਰ 'ਚ ਫਰੀ ਸਰਕਾਰਾਂ ਇਲਾਜ ਦੇਣ ਤਾਂ ਕਿ ਲੋਕ ਇਹਨਾਂ ਦਾ ਸ਼ਿਕਾਰ ਨਾ ਹੋਣ ਤੇ ਘਰ ਲੁੱਟ-ਪੁੱਟ ਨਾ ਕਰਨ। ਅੱਛਾ, ਉੱਤੋਂ ਸਾਡੇ ਤੇ ਪ੍ਰਸ਼ਾਸਨ ਬੁਲਾ ਕੇ ਪ੍ਰੈਸ਼ਰ ਪਾ ਕੇ ਕਹਿੰਦੇ ਵੀ ਤੁਸੀਂ ਚੁੱਪ ਕਰ ਜਾਓ, ਆ ਤੁਹਾਡੇ ਸਾਹਮਣੇ ਦੀ ਗੱਲ ਹੈ। ਪ੍ਰਸ਼ਾਸਨ ਆਇਆ, ਅਸੀਂ ਤੁਹਾਡੇ ਸਾਹਮਣੇ ਸ਼ਾਂਤਮਈ ਬੈਠੇ ਆ। 2 ਵਜੇ ਦੇ ਆਏ ਆ, ਅੰਦਰ ਬੈਠ ਕੇ ਕਮਰੇ 'ਚ 2 ਘੰਟੇ ਮੀਟਿੰਗ ਚੱਲੀ ਆ ਸ਼ਾਂਤਮਈ। ਉਸ ਤੋਂ ਬਾਅਦ ਰਿਜ਼ਲਟ ਕੋਈ ਨਹੀਂ ਨਿਕਲਿਆ, ਤਾਂ ਅਸੀਂ ਇੱਥੇ ਬੈਠ ਕੇ ਰੋਸ ਕਰਦੇ ਹਾਂ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਡਾਕਟਰਾਂ ਦੇ ਲਾਇਸੈਂਸ ਕੈਂਸਲ ਕੀਤੇ ਜਾਣ ਤੁਰੰਤ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਸਾਰੀ ਜਾਂਚ ਪੜਤਾਲ ਹੋਵੇ। ਆਪ ਮਰੀਜ਼ ਕੀ ਕਿਹਾ ਹੋ ਸਰ? ਅਸੀਂ ਮਰੀਜ਼ ਦੇ ਮਤਲਬ ਪਿੰਡ ਦੇ ਵਾਸੀ ਹਾਂ, ਸਾਡੀ ਭੈਣ ਵਿਆਹੀ ਹੈ ਰਿਸ਼ਤੇ 'ਚੋਂ। ਹਾਂ, ਜਿਹੜਾ ਮੁੰਡਾ ਲੜਕੀ ਦੀ ਮੌਤ ਹੋਈ ਹੈ ਉਹ ਸਾਡੇ ਉਹਦੇ ਘਰ ਵਾਲੀ ਭੈਣ ਹੈ ਜੀ, ਰਿਸ਼ਤੇਦਾਰੀ 'ਚੋਂ। ਲੜਕੇ ਦੇ ਪਰਿਜਨ ਹੈਗੇ? ਹਾਂ, ਲੜਕਾ ਖੇਡਣ ਵਾਲਾ ਕੋਈ ਨਹੀਂ ਦੱਸ ਤਾਂ ਵੀ ਇਹੀ ਗੱਲ ਹੋਈ ਨਾ ਭਾਈ, ਤੁਹਾਨੂੰ ਤੁਸੀਂ ਇੱਕ ਦਿਨ ਮੰਗਿਆ ਸੀ 2 ਦਿੱਤੇ ਵੀ ਜਿਵੇਂ ਸਾਡਾ 2 ਹੀ ਗੱਲਾਂ ਸੀ। ਗੱਲਾਂ ਦੇ ਜਵਾਬ ਮੰਗੇ, ਇੱਕ ਤਾਂ ਸਰਕਾਰੀ ਦਰਜ ਹੋ ਜਾਏਗੀ, ਠੀਕ ਹੈ, ਤੁਸੀਂ ਕਹਿੰਦੇ ਉਹਦੇ ਸਾਨੂੰ ਟਾਈਮ ਦਿਓ, ਅਸੀਂ ਆਖਿਆ ਵੀ ਤੁਹਾਨੂੰ ਟਾਈਮ ਦੇਤਾ ਸੀ, ਦੇਤਾ 2 ਵਜੇ ਦਾ ਟਾਈਮ ਦੇ ਦਿੱਤਾ। ਦੂਜੀ ਗੱਲ ਸਰਟੀਫਿਕੇਟ ਦੀ, ਠੀਕ ਹੈ ਜੀ। ਤੇ ਫਿਰ ਤੀਜੀ ਗੱਲ ਦੱਸੋ, ਜਦੋਂ ਹੁਣ ਤੁਸੀਂ ਮੰਨ ਲਓ ਵੀ ਸਾਨੂੰ ਕਿਸੇ ਗੱਲ ਹੀ ਨਹੀਂ ਪਾਉਂਦੇ, ਫਿਰ ਹੁਣ ਇਹਦਾ ਕੀ? में एक पेशेंट एडमिट था जो मेरी ओपीडी में है। यहाँ मैंने उनको कहा सिक है, आप जाके भर्ती हो जाए, किसी कोविड यहाँ बेड नहीं मिलते तो उन बेड मिल जाए। ये मेरे ससुराल के कोविड का पेशेंट था, कोविड का पेशेंट। ये वहाँ 11 दिन रहे हैं। 11 दिन के बाद वहाँ ऑक्सीजन की कमी पड़ रही थी तो इन्होंने शिफ्ट कर दिया जो कान्हा जी का तारा बाबा चैरिटेबल हॉस्पिटल है, वहाँ 4 दिन वहाँ में। उसके बाद ये अपनी मर्जी से उसको घर ले गए। घर में नहीं लेके गए डॉक्टर साहब, एक मिनट रुकिए जी। ਅਸੀਂ ਤਾਂ ਲਿਖ ਕੇ ਮੰਗਦੇ ਸੀ, ਸਾਨੂੰ ਲਿਖ ਕੇ ਦੇ ਦਿਓ। लड़की मांगते हैं, पक्का रिपोर्ट में ਦਰਜ ਕਰਾ ਦਿਓ, ਮਹੀਨਾ ਲਾ ਦਿਓ, 20 ਦਿਨ ਲਾ ਦਿਓ, 10 ਦਿਨ ਲਾ ਦਿਓ, ਕਰਾਓ ਦਰਜ, ਲਿਖਾਓ ਸਾਨੂੰ ਲਿਖ लास्ट ਕੇ। में ਇੱਥੇ ਗੱਲ ਅੜੀ ਹੈ ਸਾਡੀ। रुक जाए, अच्छा मुझे तेरी भी सुनाएंगे कोई बात। लास्ट में लम्बा आपके हॉस्पिटल से है या मेरे अस्पताल में कोई पेशेंट स्टार्टिंग में आया ਸੀ ਜੀ, तारा बाबा हॉस्पिटल शुरू से आया ਸੀ। आपने रेफर किया था?
साहब मेरी ओपीडी में पेशेंट आते हैं कोविड के, मैं कहता हूँ मैं मेरे यहाँ पे कोविड का ट्रीटमेंट नहीं करता हूँ, ठीक है। तो ये पूनिया कोविड केयर में एडमिट हुए, वहाँ 11 दिन रहे, वहाँ से शिफ्ट हुआ तारा बाबा में, तारा बाबा से ये छुट्टी लेके घर चले गए, घर जाके उसकी डेथ हो गई, ठीक है। ये है कहानी, ठीक है। अब ये कह रहे हैं कि डेथ जो है नॉर्मल रजिस्टर होगी क्योंकि घर पे डेथ हुई थी, कोविड डेथ नहीं रजिस्टर हुई। हमने कहा कि हम उसको कोविड डेथ में कन्वर्ट करवा देते हैं, सीएमओ से बात होगी क्योंकि इनके पास कोविड, उन्होंने कहा कोविड कितने दिन पहले आया था आपके हॉस्पिटल? 3 तरीक ਨੂੰ ਇਹਨਾਂ ਕੋਲੇ ਲੈ ਕੇ मेरे सर मेरे तारीख को आए थे आप? ਇੱਥੇ ਇਹਨਾਂ ਨੇ ਕੋਰੋਨਾ ਸੈਂਟਰ ਭੇਜਤਾ ਜੀ। ਕੋਰੋਨਾ ਸੈਂਟਰ ਤੋਂ ਬਾਅਦ 8 ਦਿਨਾਂ ਬਾਅਦ ਡਾਕਟਰ ਸ਼ਰਮਾ ਜੀ ਇਹਨਾਂ ਦੇ ਭੇਜਤਾ। ਉਸ ਤੋਂ ਬਾਅਦ ਜਿਹੜਾ ਤਾਰਾ ਕੁੜੀਆ ਹਸਪਤਾਲ ਬਣਿਆ ਡਾਕਟਰ ਮੱਲਾਕਾਂਡ ਦਾ ਉੱਥੇ ਭੇਜਤਾ ਜੀ। ਉੱਥੇ ਵੀ ਇਹਨੇ ਦੇਖ ਉੱਥੋਂ ਮੰਨ ਲਓ ਵੀ ਜਦੋਂ ਨਹੀਂ ਠੀਕ ਹੋਇਆ ਇਹਨਾਂ ਨੇ ਦੋਨੋਂ ਹੀ ਲਾ ਦਿਓ ਨਾਲ, ਆ ਲਓ 20 ਵਾਲੀ ਵੀ ਲਾ ਲਓ। एक मिनट। हाँ 20 वाली है। ਆ ਲਓ ਇਹਦੇ ਚ ਆਨਲਾਈਨ ਚੜੀ ਹੋਈ 428 ਨੰਬਰ ਫੜੋ। कागज का अप्लाई जी हरे ਸਰਕਾਰੀ ਨਹੀਂ ਘਪਲਾ ਹੈ। ਆ ਦੇਖ ਲਓ ਜੀ। कितनी वाली है? ਸਰ ਅਸੀਂ 3 ਤਰੀਕ ਦਾ ਐਡਮਿਟ ਕੀਤਾ ਜੀ ਇੱਥੇ ਲੈ ਕੇ, ਤੇ ਸਾਡੀ ਕਰੋਨਾ ਰਿਪੋਰਟ ਸਰਕਾਰੀ ਹਸਪਤਾਲ 'ਚ ਦਰਜ ਨਹੀਂ ਹੋਈ। ਸਾਡੇ ਤੋਂ ਪੈਸੇ ਵੱਢੀ ਗਏ, ਰੋਜ਼ ਦਾ ਸਾਡੇ ਤੋਂ ਪੈਸੇ ਭਰਾ ਲੈਂਦੇ ਸੀ। ਪੈਸੇ ਭਰਾਉਂਦੇ ਜਦੋਂ ਸਾਡਾ ਬੰਦਾ ਜਮ੍ਹਾਂ ਡੈੱਡ ਹੋ ਗਿਆ ਉਦੋਂ ਸਾਨੂੰ ਘਰੇ ਚਕਾਤਾ। ਤੇ ਅਸੀਂ 15 ਦਿਨ ਛੁੱਟੀ ਦਿੱਤੀ ਹੱਥ 6 ਵਜੇ, ਉਹ ਵੀ ਛੁੱਟੀ ਅਸੀਂ ਲੈਤੀ, ਧੱਕੇ ਨਾਲ ਰੱਟੇ ਨਾਲ ਛੁੱਟੀ ਦਿੱਤੀ। ਤੇ 16 ਤਰੀਕ ਨੂੰ ਸਾਡਾ ਬਣ ਕੇ ਸਵੇਰ ਬੰਦਾ ਡੈਥ ਹੋ ਗਈ ਬੰਦੇ ਦੀ, ਤੇ ਸਾਡਾ ਡੈਡ ਸਰਟੀਫਿਕੇਟ ਬਣ ਕੇ ਆ ਗਿਆ। ਸਾਡੀ ਰਿਪੋਰਟਾਂ 20 ਤਰੀਕ ਦੀਆਂ ਸੈਂਪਲ ਇੱਥੇ ਹੋਏ, ਤੇ ਹੁਣ ਸਹੀ ਰਿਪੋਰਟਾਂ ਮੰਗਦੇ ਆ ਤਾਂ ਕਹਿੰਦੇ ਰਿਪੋਰਟਾਂ ਬਣਾ ਕੇ, ਜਾਲੀ ਰਿਪੋਰਟਾਂ ਬਣਾ ਕੇ ਦਿੰਦੇ ਆ ਜੀ। ਅਸੀਂ ਸਾਡੀ ਜਾਲੀ ਰਿਪੋਰਟ, ਸਾਡੀ ਪੈਨ ਰਿਪੋਰਟ ਕਿਉਂ ਨਹੀਂ ਕੀਤੀ, ਅਸੀਂ ਮੰਗ ਕਰਦੇ ਹਾਂ ਅਸੀਂ। कितना का खर्चा आया जी इलाज ਸਾਡਾ 4-5 ਲੱਖ ਰੁਪਏ ਲੱਗ ਗਿਆ ਜੀ। इलाज पे? ਹਾਂ 3.5 ਲੱਖ ਡਾਕਟਰਾਂ ਲੈ ਲਿਆ ਜੀ। कि ਇੱਥੇ ਹੀ ਹਸਪੀਟਲ ਚ ਹੋਇਆ ਸੀ, ਬਾਹਰ ਵੀ ਕਿੱਧਰ ਹੋਇਆ ਜੀ? ਕਰੋਨਾ ਸੈਂਟਰ 'ਚ ਵੀ ਹੋਇਆ, ਕਾਂਡੇ ਹਸਪਤਾਲ 'ਚ ਵੀ ਹੋਇਆ, ਠੀਕ ਹੈ। ਸਭ ਹਸਪਤਾਲ 'ਚ ਦਾਖਲ ਹੋਇਆ। ਕੀ ਡਿਮਾਂਡ ਹੈ ਜੀ ਹੁਣ ਤੁਹਾਡੀ? ਡਿਮਾਂਡ ਸਾਡੀ ਆਈ, ਸਾਡੇ ਕਾਗਜ਼ ਪੱਤਰ ਪੂਰੇ, ਸਾਨੂੰ ਰਿਪੋਰਟਾਂ ਸਹੀ ਚਾਹੀਦੀਆਂ ਜੀ। ਸਾਨੂੰ ਰਿਪੋਰਟਾਂ ਦੇ ਦੇਣ, ਸਾਨੂੰ ਕੋਈ जो पूनिया कोविड केयर में एडमिट हुआ था, 11 दिन बाद वहाँ से छुट्टी लेके वो तारा बाबा हॉस्पिटल में चला गया, वहाँ 4 दिन रहा, वहाँ से छुट्टी लेके घर चला गया। घर में वो एक्सपायर हो गया। गांव की जो नर्स है उसने उसको नेचुरल डेथ में रजिस्टर कर दिया, जबकि वो कोविड पॉजिटिव था। ये लोग चाह रहे हैं कि इसकी डेथ कोविड में रजिस्टर हो ताकि इसको कोविड वाले बेनिफिट मिल सकें। मेरे हॉस्पिटल में ये लोग सिर्फ पंचायत करने आए थे। जब इनको समझाने की कोशिश की तो इन्होंने मेरे ही अस्पताल पे ताला लगा दिया। मेरा इतना कंसर्न है इस बात में। बस ऐसा है कि 12 तारीख को इसका कोविड पॉजिटिव आया हुआ है, जो इन्होंने बाद में कोई रिकॉर्ड से रिपोर्ट निकाली, सेम नाम के बंदे की रिपोर्ट 20 तारीख में, सेम नाम लेकिन उसका गांव अलग है, उसकी उम्र अलग है, ठीक है ना। वो निकाल के ये लेके घूम रहे थे। अब कोई रिकॉर्ड से किसी सेम गुरदीप सिंह नाम की दूसरी रिपोर्ट निकाल लेगा तो उसमें कोई क्या कर सकता है, ठीक है ना। इनको ओरिजिनल रिपोर्ट इनके हाथ में दे दी है, ठीक है। यहाँ से रेफर किया था आपने? मेरे ओपीडी में बहुत सारे कोविड पेशेंट आते हैं, मैं उनको फ्री हैंड छोड़ देता हूँ। भी आपको कोविड है, आप सरकारी में जाएं, आप डेरे में चले जाएं, आप किसी भी कोविड सेंटर में जाएं। उन दिनों में बेड की बहुत किल्लत थी, जहाँ पे आपको बेड मिलता है, आपका मरीज सीरियस है, इसको भर्ती की ज़रूरत है, आप जहाँ पे भी आपको बेड मिलता है वहाँ जाके आप भर्ती हो जाएं। और मुझे तो ये पता भी नहीं था कि ये पूनिया कोविड केयर पे एडमिट रहा है 11 दिन। मुझे आज पता चला कि 11 दिन वहाँ, फिर वहाँ से नया अस्पताल खुला है जो कांडा जी का बढ़िया वाला, उसमें रहा है 4 दिन। फिर वहाँ से भी वो अपनी मर्जी से घर गए हैं, डॉक्टर ने नहीं भेजा, अपनी मर्जी से इन्होंने घर पे डिस्चार्ज लिया है। ऐसा है कि किसी ने रिपोर्ट नहीं दी, ये किसी जिस लैब की कंसर्न लैब से ये रिपोर्ट लेने गए, उनसे बोला कि बलकर्ण सिंह के नाम की रिपोर्ट दे दीजिए। वहाँ जो कंप्यूटर पे लड़का बैठा हुआ उसने बलकर्ण सिंह की रिपोर्ट निकाली और इनको प्रिंट आउट दे दिया उसका। उसके बाद जब नहीं, यहाँ से नहीं, मेरे यहाँ तो कोई रिपोर्ट हुई नहीं है इसकी कोविड की। वो तो वहीं उन्हीं अस्पतालों में रिपोर्ट हुई, यहाँ वो एडमिट था। मेरे यहाँ तो कभी पेशेंट मुश्किल से ओपीडी में 10 मिनट भी नहीं रुका होगा। जब आया दिखाया और चला गया। यहाँ से किस कोविड सेंटर में जा रहा है उससे हमें क्या कंसर्न है। तो जो आज रिपोर्ट निकाल के दी है सर यहाँ से, ये तो उन लोगों के फ़ोन से हमने प्रिंट आउट लेके दिया, उन्हीं के फ़ोन में रिपोर्टें हैं, उनके फ़ोन से उन्होंने अपनी रिपोर्ट का प्रिंट आउट लिया है। तो जो पहले की निकलवा के ले वो लैब से, अब पोर्टल पे रिपोर्ट है इंडियन पोर्टल, वो कोई भी रिपोर्ट उसको निकाल सकता है, कोई भी रिपोर्ट। अब आप किसी को कहोगे कि रिपोर्ट निकाल दो, वो बलकर्ण सिंह तो पता नहीं एक दिन में कितने टेस्ट होते होंगे कोविड के लिए। तो यहाँ ताला लगा दिया था सर इन्होंने मेरे गेट को, मैंने इनको कहा कि मेरा कोई कंसर्न नहीं है, मुझे तो अब एक दिन में कितने पेशेंट देखता हूँ। अब वो बाहर जाके इन्होंने मेरे ही अस्पताल को बंद कर दिया, जबकि मेरा इस पेशेंट से कोई लेना देना नहीं है। कभी कुछ मेरी ओपीडी में आया है, मैंने इसको साथ के साथ गाइड कर दिया भी आप किसी कोविड सेंटर पे चले जाएं।